28 ਨਵੰਬਰ 1696 ਨੂੰ ਮਾਤਾ ਜੀਤੋ ਜੀ ਦੀ ਕੁੱਖ ਤੋਂ ਸਾਹਿਬਜ਼ਾਦੇ ਦਾ ਜਨਮ ਹੋਇਆ, ਜਿਸ ਦਾ ਨਾਮ ਸਤਿਗੁਰੂ ਜੀ ਨੇ ਜੋਰਾਵਰ ਸਿੰਘ ਰੱਖਿਆ। ਆਪ ਜੀ ਨੇ ਫਰਮਾਇਆ ਕਿ ਅਕਾਲ ਪੁਰਖ ਨੇ ਆਪਣੇ ਜ਼ੋਰ ਨਾਲ ਹੀ ਹੁਸੈਣੀ ਨੂੰ ਮਾਰ ਮੁਕਾਇਆ ਹੈ, ਸਾਡੇ ਤੱਕ ਆਉਣ ਹੀ ਨਹੀਂ ਦਿੱਤਾ। ਇਸ ਕਰਕੇ ਇਹ ਸਿੰਘ ਜੋਰਾਵਰ ਹੈ। ਹੁਸੈਨੀ ਵੱਧ ਅਤੇ ਸਾਹਿਬਜ਼ਾਦੇ ਦੇ ਜਨਮ ਦੀਆਂ ਯਥਾ ਯੋਗ ਸਮਲਿਤ ਖੁਸ਼ੀਆਂ ਮਨਾਈਆਂ ਗਈਆਂ। ਸਤਿਗੁਰੂ ਜੀ ਦੀ ਵੀਰ ਰਸ ਅਤੇ ਸਾਹਿਤਕ ਰਸ ਦੀ ਸ਼ੋਭਾ ਸੁਣ ਕੇ ਦੂਰ ਨੇੜੇ ਤੋਂ ਗੁਣੀ ਜਨ ਗੁਰੂ ਜੀ ਪਾਸ ਦੋ ਗੱਲਾਂ ਨੂੰ ਮੁੱਖ ਰੱਖ ਕੇ ਆਉਂਦੇ ਸਨ। ਇੱਕ ਆਪਣੇ ਗੁਣ ਦੱਸ ਕੇ ਧਨ ਪ੍ਰਾਪਤੀ ਦੀ ਲਾਲਸਾ, ਅਤੇ ਦੂਜੇ ਆਪ ਜੀ ਦੇ ਪਵਿੱਤਰ ਤੇ ਭਾਵਸ਼ਾਲੀ ਦਰਸ਼ਨ ਕਰਕੇ ਨਿਹਾਲ ਹੋਣਾ। ਚੰਗੇ ਨੌ ਰਸੀ ਕਵੀਆਂ ਨੂੰ ਆਪ ਜੀ ਮੂੰਹ ਮੰਗਿਆ ਧਨ ਦਿੰਦੇ ਸਨ, ਅਤੇ ਜੇ ਕੋਈ ਆਪ ਜੀ ਦੇ ਪਾਸ ਨੌਕਰੀ ਕਰਨਾ ਚਾਹੇ ਤਾਂ ਉਸ ਨੂੰ ਚੰਗੀ ਤਨਖਾਹ ਦੇ ਕੇ ਨੌਕਰ ਰੱਖ ਲੈਂਦੇ ਸਨ। ਮਹਾਭਾਰਤ ਗ੍ਰੰਥ, ਜਿਸ ਵਿੱਚ ਕੌਰਵਾਂ ਪਾਂਡਵਾਂ ਦੇ ਜੰਗਾਂ ਯੁੱਧਾਂ ਦਾ ਹਾਲ ਹੈ, ਆਪਣੇ ਯੋਧਿਆਂ ਵਿੱਚ ਵੀਰ ਰਸ ਭਰਨ ਵਾਸਤੇ ਉਸ ਦਾ ਉਲਥਾ ਕਰਵਾਇਆ। ਆਪ ਵੀ ਸਤਿਗੁਰੂ ਜੀ ਨੇ ਚੰਡੀ ਚਰਿੱਤਰ, ਜਿਸ ਵਿੱਚ ਦੈਂਤਾਂ ਅਤੇ ਦੇਵੀ ਦੇ ਯੁੱਧਾਂ ਦੇ ਪ੍ਰਸੰਗ ਹਨ, ਆਪਣੀ ਭਾਸ਼ਾ ਵਿੱਚ ਰਚੇ। ਇਸ ਬਾਣੀ ਵਿੱਚ ਸਤਿਗੁਰੂ ਜੀ ਨੇ ਇਹਨਾਂ ਵੀਰ ਰਸ ਭਰ ਦਿੱਤਾ ਕਿ ਜਿਸ ਨੂੰ ਪੜ੍ਹ ਕੇ ਕਾਇਰ ਵੀ ਵੱਡੇ ਯੋਧੇ ਬਣ ਜਾਂਦੇ ਹਨ। ਸ਼ਰਧਾਲੂ ਲੋਕ ਆਪ ਜੀ ਨੂੰ ਅਕਾਲ ਪੁਰਖ ਦਾ ਅਵਤਾਰ ਜਾਣ ਕੇ ਭੇਟਾ ਅਰਪਣ ਕਰਕੇ ਦਰਸ਼ਨ ਕਰਦੇ ਅਤੇ ਉਪਦੇਸ਼ ਲੈ ਕੇ ਨਿਹਾਲ ਹੁੰਦੇ। ਸਾਧੂ ਸਮਾਜ, ਜਪੀ ਤਪੀ, ਬੈਰਾਗੀ, ਯੋਗੀ ਅਤੇ ਸੰਨਿਆਸੀ ਆਦਿਕ ਵੀ ਆਪ ਜੀ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਵਡਭਾਗੀ ਸਮਝਦੇ। ਕਵਿਤਾ ਦੇ ਰਸੀਏ ਕਵੀ ਆਪ ਜੀ ਪਾਸ ਬਹੁਤ ਇਕੱਠੇ ਹੋ ਗਏ। ਇਸ ਤੋਂ ਮਗਰੋਂ 12 ਦਸੰਬਰ 1699 ਨੂੰ ਮਾਤਾ ਜੀਤੋ ਜੀ ਦੀ ਪਵਿੱਤਰ ਕੁੱਖ ਤੋਂ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੇ ਜਨਮ ਲਿਆ। ਇਸ ਸਮੇਂ ਆਪ ਜੀ ਨੇ ਪੰਡਤਾਂ ਦੇ ਕਹਿਣ ਤੇ ਨੈਣਾ ਦੇਵੀ ਦੇ ਟਿੱਲੇ ਉੱਤੇ ਦੇਵੀ ਪ੍ਰਗਟ ਹੋਣ ਦਾ ਕੌਤਕ ਰਚਿਆ ਸੀ, ਜਿਸ ਵਿੱਚ ਪੰਡਤ ਕੇਸ਼ੋ ਦਾਸ ਆਪਣੀ ਅਸਫਲਤਾ ਹੁੰਦੀ ਵੇਖ ਕੇ ਹਵਨ ਨੂੰ ਅਧੂਰਾ ਛੱਡ ਕੇ ਹੀ ਭੱਜ ਗਿਆ ਸੀ, ਅਤੇ ਸਤਿਗੁਰੂ ਜੀ ਨੇ ਸਾਰੀ ਹਵਨ ਸਮੱਗਰੀ ਇੱਕਸਾਰ ਇਕੱਠਾ ਹੀ ਹਵਨ ਕੁੰਡ ਵਿੱਚ ਪਾ ਕੇ ਸਾੜ ਦਿੱਤੀ ਸੀ। ਇਤਨੀ ਸਾਰੀ ਸਮੱਗਰੀ ਦੇ ਇਕੱਠਾ ਬਲ ਉੱਠਣ ਨਾਲ ਅਗਨੀ ਦਾ ਬੜਾ ਵੱਡਾ ਭਾਂਬੜ ਮਚ ਉੱਠਿਆ, ਜਿਸ ਨੂੰ ਸਤਿਗੁਰੂ ਜੀ ਨੇ ਪੰਡਤਾਂ ਦੀ ਹਾਸੀ ਕਰਨ ਵਾਸਤੇ ਦੇਵੀ ਪ੍ਰਗਟ ਹੋ ਗਈ ਹੈ ਦਾ ਪ੍ਰਗਟਾਵਾ ਕੀਤਾ। ਸਤਿਗੁਰੂ ਜੀ ਨੇ ਆਪਣੀ ਕਿਰਪਾਨ ਮਿਆਨ ਚੋਂ ਕੱਢ ਕੇ ਉੱਚੀ ਆਵਾਜ਼ 'ਚ ਆਖਿਆ ਕਿ ਇਹ ਦੇਵੀ ਪ੍ਰਗਟ ਹੋਈ ਹੈ, ਜਿਸ ਦੀ ਸ਼ਕਤੀ ਨਾਲ ਸਾਨੂੰ ਯੁੱਧਾਂ ਜੰਗਾਂ ਵਿੱਚ ਦੁਸ਼ਮਣ ਤੇ ਫਤਿਹ ਪ੍ਰਾਪਤ ਹੁੰਦੀ ਹੈ। ਹੋਰ ਕੋਈ ਐਸਾ ਦੇਵੀ ਨਹੀਂ ਹੈ ਜਿਹੜੀ ਹਵਨ ਕਰਨ ਨਾਲ ਪ੍ਰਗਟ ਹੋ ਕੇ ਸਾਡੀ ਸਹਾਇਤਾ ਕਰ ਸਕੇ। ਇਸ ਆਪਣੇ ਵਿਸ਼ਵਾਸ ਦੀ ਫਤਿਹ ਹੋਣ ਕਰਕੇ ਹੀ ਆਪ ਜੀ ਨੇ ਸਾਹਿਬਜ਼ਾਦੇ ਦਾ ਨਾਮ ਫਤਿਹ ਸਿੰਘ ਰੱਖਿਆ ਸੀਗਾ। ਚੰਗੇ ਸ਼੍ਰੇਸ਼ਟ ਬ੍ਰਾਹਮਣਾਂ ਦੀ ਖੋਜ ਕਰਨ ਵਾਸਤੇ ਸਤਿਗੁਰੂ ਜੀ ਨੇ ਜੱਗ ਦੇ ਬਹਾਨੇ ਸਾਰੇ ਦੇਸ਼ਾਂ ਜੈਸਾ ਕਿ ਕਸ਼ਮੀਰ, ਮਥੁਰਾ, ਪ੍ਰਯਾਗ, ਕਾਂਸ਼ੀ, ਦਿੱਲੀ, ਦੱਖਣ, ਪੂਰਬ, ਪੱਛਮ ਅਤੇ ਉੱਤਰ ਦਿਸ਼ਾ ਤੋਂ ਸਾਰੇ ਪੰਡਤਾਂ ਕੋਲ ਆਦਮੀ ਭੇਜ ਕੇ ਆਖਿਆ ਕਿ ਤੁਸੀਂ ਸਭ ਸ਼ਸਤਰਾਂ ਦੇ ਜਾਣਨ ਵਾਲੇ ਹੋ, ਤੁਹਾਨੂੰ ਹਵਨ ਦੀ ਰੀਤੀ ਵੀ ਆਉਂਦੀ ਹੈ ਅਤੇ ਪੂਜਾ ਦਾ ਢੰਗ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਇਸ ਵਾਸਤੇ ਤੁਸੀਂ ਸਾਰੇ ਆਨੰਦਪੁਰ ਵਿੱਚ ਇਕੱਠੇ ਹੋ ਕੇ ਸਾਨੂੰ ਕੋਈ ਐਸਾ ਯੱਗ ਦੱਸੋ ਜਿਸ ਨਾਲ ਦੇਵਤੇ ਪ੍ਰਸੰਨ ਹੋ ਜਾਣ। ਸਤਿਗੁਰੂ ਜੀ ਦਾ ਇਹ ਸੰਦੇਸ਼ ਸੁਣ ਕੇ ਦੂਰ ਨੇੜੇ ਤੋਂ ਬਹੁਤ ਸਾਰੇ ਵਿਦਵਾਨ ਤੇ ਅਣਜਾਣ ਪੰਡਤ ਬੜੇ ਉਤਸ਼ਾਹ ਨਾਲ ਆਨੰਦਪੁਰ ਆ ਗਏ। ਸਤਿਗੁਰੂ ਜੀ ਨੇ ਸਭ ਦੇ ਯਥਾਯੋਗ ਡੇਰੇ ਲਵਾ ਦਿੱਤੇ ਅਤੇ ਖਾਣ ਪਾਨ, ਰਸਦ ਪਾਣੀ ਦਾ ਪੰਡਤਾਂ ਦੇ ਮਨ ਭਾਉਂਦਾ ਪ੍ਰਬੰਧ ਕਰ ਦਿੱਤਾ। ਜਦ ਪੰਡਤ ਬੜੀ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਤਾਂ ਸਤਿਗੁਰੂ ਜੀ ਨੇ ਉਹਨਾਂ ਦੀ ਪ੍ਰੀਖਿਆ ਲੈਣ ਵਾਸਤੇ ਕਿ ਕੌਣ ਆਪਣੇ ਅਸਲੀ ਰੂਪ ਵਿੱਚ ਬ੍ਰਾਹਮਣ ਹੈ ਅਤੇ ਕੌਣ ਲਾਲਚੀ ਨਾਮ ਧਰੀਕ ਬ੍ਰਾਹਮਣ ਹੈ, ਆਪਣੇ ਸੇਵਕਾਂ ਨੂੰ ਹੁਕਮ ਦਿੱਤਾ ਕਿ ਬਹੁਤ ਸਾਰੀ ਅਨੇਕ ਪ੍ਰਕਾਰ ਦੀ ਪੱਕੀ ਰਸੋਈ ਤਿਆਰ ਕਰੋ। ਸੇਵਕਾਂ ਨੇ ਆਗਿਆ ਅਨੁਸਾਰ ਮਿਸ਼ਟਾਨ, ਲੱਡੂ, ਪੂੜੇ ਆਦਿਕ ਮਿਠਾਈਆਂ ਤਿਆਰ ਕਰਕੇ ਕੋਠੇ ਭਰ ਦਿੱਤੇ। ਇਸ ਤਰ੍ਹਾਂ ਸਭ ਕੁਝ ਤਿਆਰ ਕਰਕੇ ਗੁਰੂ ਜੀ ਨੇ ਪੰਡਤਾਂ ਦੇ ਡੇਰਿਆਂ ਵਿੱਚ ਆਪਣੇ ਮੇਵੜੇ ਭੇਜ ਕੇ ਸਭ ਨੂੰ ਸੁਣਾਇਆ ਕਿ ਜਿਹੜਾ ਖੀਰ, ਖੰਡ ਆਦਿਕ ਦਾ ਭੋਜਨ ਖਾਏਗਾ ਉਸ ਨੂੰ 5 ਰੁਪਏ ਦਖਣਾ ਮਿਲਣਗੇ, ਪਰ ਜਿਹੜਾ ਮਾਸ ਵਾਲਾ ਭੋਜਨ ਖਾਏਗਾ ਉਸ ਨੂੰ 5 ਅਸ਼ਰਫੀਆਂ ਦਖਣਾ ਵਜੋਂ ਮਿਲਣਗੀਆਂ। ਸਤਿਗੁਰੂ ਜੀ ਵੱਲੋਂ ਇਹ ਸੰਦੇਸ਼ ਸੁਣ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਪੰਡਤ ਲਾਲਚ ਵਸ ਹੋ ਕੇ ਮਾਸ ਖਾਣ ਵਾਲੀ ਪੰਕਤੀ ਵਿੱਚ ਬੈਠ ਗਏ ਅਤੇ ਕੇਵਲ ਥੋੜੇ ਜਿਹੇ ਹੀ ਖੀਰ ਖੰਡ ਖਾਣ ਵਾਲੀ ਪੰਕਤੀ ਵਿੱਚ ਬੈਠੇ। ਜਦ ਦੋਵੇਂ ਪੰਕਤੀਆਂ ਮਨ ਭਾਉਂਦੇ ਪਕਵਾਨ ਛਕ ਕੇ
ਚੁੱਲ੍ਹਾ ਕਰਕੇ ਹੱਥ ਧੋ ਚੁੱਕੇ ਤਾਂ ਸਤਿਗੁਰੂ ਜੀ ਦੱਖਣਾ ਦੇਣ ਵਾਸਤੇ ਆ ਗਏ। ਆਪ ਜੀ ਨੇ ਮਾਸਾਹਾਰੀ ਬ੍ਰਾਹਮਣਾਂ ਨੂੰ ਸੰਬੋਧਨ ਕਰਕੇ ਕਿਹਾ ਕਿ ਤੁਸੀਂ ਬ੍ਰਾਹਮਣ ਨਹੀਂ ਹੋ, ਤੁਸੀਂ ਪਖੰਡੀ ਹੋ, ਜਿਨ੍ਹਾਂ ਨੇ ਲੋਭ ਕਰਕੇ ਆਪਣਾ ਧਰਮ ਹਾਰ ਦਿੱਤਾ ਹੈ। ਤੁਸੀਂ ਧਰਮ ਭ੍ਰਿਸ਼ਟ ਹੋ, ਆਪ ਤਾਂ ਵਿਗੜੇ ਹੋਏ ਹੋ ਅਤੇ ਹੋਰਨਾਂ ਨੂੰ ਵੀ ਵਿਗਾੜਦੇ ਹੋ। ਤੁਸੀਂ ਸਾਰੇ ਸਖਤ ਸਜ਼ਾ ਦੇ ਲਾਇਕ ਹੋ, ਪਰ ਜੇ ਤੁਹਾਨੂੰ ਹੁਣੇ ਸਜ਼ਾ ਦਿੱਤੀ ਜਾਵੇ ਤਾਂ ਬਹੁਤ ਰੌਲਾ ਮਚ ਜਾਵੇਗਾ। ਕੋਈ ਸਾਨੂੰ ਭਲਾ ਕਹੇਗਾ, ਕੋਈ ਬੁਰਾ ਕਹੇਗਾ ਕਿ ਪਹਿਲਾਂ ਆਪੇ ਘਰ ਸੱਦ ਕੇ ਫਿਰ ਗੁਰੂ ਜੀ ਨੇ ਦੰਡ ਦਿੱਤਾ ਹੈ। ਇਸ ਕਰਕੇ ਤੁਹਾਨੂੰ ਇਸ ਵੇਲੇ ਹੋਰ ਕੋਈ ਸਜ਼ਾ ਨਹੀਂ ਦਿੱਤੀ ਜਾਂਦੀ। 5-5 ਮੋਹਰਾਂ ਦੀ ਥਾਂ ਕੇਵਲ 5-5 ਰੁਪਏ ਦਿੱਤੇ ਜਾਂਦੇ ਹਨ, ਜਿਸ ਕਰਕੇ ਤੁਸੀਂ ਖਾਲੀ ਹੱਥ ਘਰਾਂ ਨੂੰ ਨਾ ਜਾਓ। ਇਉਂ ਆਪ ਜੀ ਨੇ ਇਹਨਾਂ ਨੂੰ ਵਿਦਾ ਕਰ ਦਿੱਤਾ। ਫਿਰ ਸਤਿਗੁਰੂ ਜੀ ਖੀਰ ਖਾਣ ਵਾਲਿਆਂ ਦੀ ਪੰਕਤੀ ਵੱਲ ਗਏ ਅਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਲੋਭ ਕਰਕੇ ਧਰਮ ਨਹੀਂ ਹਾਰਿਆ, ਜੋ ਪਰਲੋਕ ਵਿੱਚ ਸਹਾਈ ਹੁੰਦਾ ਹੈ ਤੁਹਾਨੂੰ ਸ਼ਾਬਾਸ਼ ਹੈ। ਉਹਨਾਂ ਨੂੰ ਸਤਿਗੁਰੂ ਜੀ ਨੇ 5-5 ਮੋਹਰਾਂ ਦਿੱਤੀਆਂ ਅਤੇ ਬੜੇ ਸਤਿਕਾਰ ਨਾਲ ਉਹਨਾਂ ਦਾ ਡੇਰਾ ਕਰ ਦਿੱਤਾ। ਸਤਿਗੁਰੂ ਜੀ ਦੇ ਇਸ ਅਨੋਖੇ ਕੌਤਕ ਦੀ ਚਰਚਾ ਸਾਰੇ ਫੈਲ ਗਈ। ਜਦ ਕੁਝ ਸਮਾਂ ਇਹਨਾਂ ਪੰਡਤਾਂ ਨੂੰ ਸਤਿਗੁਰੂ ਜੀ ਪਾਸ ਟਿਕਿਆ ਨੂੰ ਹੋ ਗਿਆ ਤਾਂ ਆਪ ਜੀ ਨੇ ਸਾਰੇ ਪੰਡਤਾਂ ਨੂੰ ਬੜੇ ਸਤਿਕਾਰ ਨਾਲ ਸੱਦ ਕੇ ਆਖਿਆ, ਹੇ ਬੁੱਧੀਮਾਨ ਪੰਡਤ ਜੀ, ਅਸੀਂ ਚੰਡਕਾ ਦੇਵੀ ਨੂੰ ਪੂਜਣ ਦੇ ਇੱਛਾਵਾਨ ਹਾਂ। ਵੇਦਾਂ ਸ਼ਾਸਤਰਾਂ ਵਿੱਚ ਜਿਸ ਤਰ੍ਹਾਂ ਮੰਤਰਾਂ ਦੇ ਜਾਪ ਤੇ ਬਲੀਆਂ ਦੇਣੀਆਂ ਲਿਖੀਆਂ ਹਨ, ਤਿਵੇਂ ਸਾਨੂੰ ਤੁਸੀਂ ਦੱਸੋ। ਪੰਡਤਾਂ ਵਿੱਚੋਂ ਇੱਕ ਮੁਖੀ ਨੇ ਕਿਹਾ ਕਿ ਗੁਰੂ ਜੀਓ, ਐਸੇ ਬਹੁਤ ਪੰਡਤ ਜੋ ਮੰਤਰਾਂ ਦੀ ਪਾਠ ਵਿਧੀ ਅਤੇ ਵਰਨੀ ਦਾ ਪ੍ਰਯੋਗ ਕਰਕੇ ਆਪਣੇ ਕੰਮ ਨੂੰ ਚੰਗੀ ਤਰ੍ਹਾਂ ਸਿੱਧ ਕਰ ਸਕਦੇ ਹਨ, ਆਪ ਜੀ ਨੂੰ ਮਿਲ ਸਕਦੇ ਹਨ, ਪਰ ਇਸ ਤਰ੍ਹਾਂ ਦੇਵੀ ਪ੍ਰਤੱਖ ਹੋ ਕੇ ਦਰਸ਼ਨ ਨਹੀਂ ਦਿੰਦੀ, ਅੰਤਰਗਤੀ ਹੀ ਭਰ ਦਿੰਦੀ ਹੈ। ਇੱਕ ਕੋਸ਼ੇ ਨਾਮ ਦਾ ਪੰਡਤ ਕਾਂਸ਼ੀ ਵਿੱਚ ਰਹਿੰਦਾ ਹੈ। ਉਸ ਦੇ ਬਰਾਬਰ ਇਸ ਵੇਲੇ ਦੇਸ਼ ਵਿੱਚ ਹੋਰ ਕੋਈ ਸਿਆਣਾ ਨਹੀਂ ਹੈ। ਉਸ ਨੂੰ ਸੱਦ ਲਵੋ ਤਾਂ ਉਹ ਪੂਰੀ ਵਿਧੀ ਨਾਲ ਸਭ ਠੀਕ ਕਰ ਦੇਵੇਗਾ। ਸੰਗਤ ਜੀ, ਲੜੀ ਨੂੰ ਜੋੜਨ ਵਾਸਤੇ ਸਾਡੀ ਅਗਲੀ ਵੀਡੀਓ ਦਾ ਇੰਤਜ਼ਾਰ ਜ਼ਰੂਰ ਕਰਿਓ ਜੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।